ऑल ओवर वर्ल्ड चंदन ਦੀ ਡਿਮਾਂਡ ਬਹੁਤ ਜ਼ਿਆਦਾ ਹੈਗਾ। ਬਾਕੀ ਕੰਟਰੀਜ਼ ਵੀ ਕਰਦੀ ਹੈਗੀ ਹੈ ਚੰਦਨ ਦੇ ਕੰਮ, ਚੰਦਨ ਦੇ ਬੂਟੇ ਲਗਾਉਂਦੀ ਹੈਗੀ, ਬਟ ਜਿਹੜਾ ਇੰਡੀਆ ਦਾ ਚੰਦਨ ਹੈਗਾ ਸਭ ਤੋਂ ਵੱਧ ਹੈਗਾ, ਸਭ ਤੋਂ ਅਵਲ ਹੈਗਾ। ਦੁਨੀਆ ਦੇ ਵਿੱਚ ਸਭ ਤੋਂ ਮਹਿੰਗਾ ਜੇ ਪੌਦਾ ਕਹੀਏ ਤਾਂ ਚੰਦਨ ਗਿਣਿਆ ਜਾਂਦਾ। ਔਰ ਚੰਦਨ ਦੀ ਲੱਕੜੀ ਤੁਸੀਂ ਦੇਖ ਸਕਦੇ ਹੋ, ਜਦੋਂ ਬਾਜ਼ਾਰਾਂ ਦੇ ਵਿੱਚ ਲੈਣ ਜਾਂਦੇ ਆ ਤਾਂ ਛੋਟੀ ਜਿਹੀ ਬਹੁਤ ਮਹਿੰਗੀ ਮਿਲਦੀ ਆ। पहला किसान जिन्होंने इंडिया दे विच चंदन की खेती शुरू की सी। मैंने 200 से ज़्यादा चंदन के ऊपर बुक्स पढ़ी हुई हैं, जिससे सारी जानकारी ले रखी है कि चंदन को क्या क्या चाहिए, कब कब चाहिए, उसी हिसाब से हम सारी प्लानिंग करते हैं। चंदन दुनिया का सब तो महंगा बूटा हैगा जी, जिंदा एक बूटा ही 2-2.5 लाख तो लेकर 5 लाख रुपए का हैगा जी। 2017 ਤੋਂ ਪਹਿਲੇ ਇਹ ਬੂਟਾ ਲਗਾਉਣਾ ਬੈਨ ਸੀ। ਅਗਰ ਜਿੰਨੇ ਵੀ ਬੂਟਾ ਲਗਾਉਣਾ ਸੀ ਉਹ ਗਵਰਨਮੈਂਟ ਦੀ ਪਰਮਿਸ਼ਨ ਲੈ ਕੇ ਬੂਟਾ ਲਗਾਏਗਾ। 2017 ਤੋਂ ਬਾਅਦ ਕੋਈ ਵੀ ਕਿਸਾਨ ਆਪਣੇ ਖੇਤਾਂ ਵਿੱਚ ਚੰਦਨ ਦੀ ਖੇਤੀ ਕਰ ਸਕਦਾ ਹੈ। ਤੁਸੀਂ ਇਹਨੂੰ ਖੁਸ਼ਬੂ ਵਿੱਚ ਯੂਜ਼ ਕਰ ਸਕਦੇ ਹੋ, ਆਯੁਰਵੈਦਿਕ ਯੂਜ਼ ਕਰਦੇ ਹੋ। ਇਹਦੇ ਜਿਹੜੇ ਪੱਤੇ ਹੈਗੇ ਆ ਇਹਦੇ ਨਾਲ ਵੀ ਤੁਸੀਂ ਗ੍ਰੀਨ ਟੀ ਬਣਾ ਸਕਦੇ ਹੋ, ਜਿਹੜੇ ਘਰ ਪੀਂਦੇ ਆ। ਸਭ ਤੋਂ ਮਹਿੰਗੀ ਗ੍ਰੀਨ ਟੀ ਵੀ ਚੰਦਨ ਦੀ ਹੈਗੀ ਆ। ਇਹ 2.5 ਸਾਲ ਦੇ ਬੂਟੇ ਹੈਗੇ। 2.5 ਸਾਲ ਦੇ ਬੂਟੇ, ਹਾਂ। ਅੱਗੇ ਤੁਹਾਡੇ 4 ਸਾਲ ਦੇ ਬੂਟੇ ਹੈਗੇ, ਇਹ ਸਾਰੇ 2.5 ਸਾਲ ਦੇ ਬੂਟੇ ਹੈਗੇ ਜੀ। ਅਸੀਂ ਤੁਹਾਨੂੰ 125 ਰੁਪਏ ਵਿੱਚ 2 ਸਾਲ ਦਾ ਬੂਟਾ ਚੰਦਨ ਦਾ ਦੇ ਦਿੰਦੇ ਆ ਜੀ। ਲੱਖਾਂ ਦਾ ਬੂਟਾ ਫਿਰ ਤੁਸੀਂ ਇਹਨਾਂ ਮਤਲਬ ਸਸਤਾ ਰੇਟ ਰੱਖਿਆ ਹੋਇਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਕੌਰ। ਅੱਜ ਨਾਰਥ ਇੰਡੀਆ ਦੀ ਉਹ ਪਹਿਲੀ ਨਰਸਰੀ ਦੇ ਵਿੱਚ ਪਹੁੰਚੇ ਆ ਜਿਹੜੀ ਕਿ ਚੰਦਨ ਦੀ ਖੇਤੀ ਦੇ ਨਾਲ ਜਾਣੀ ਜਾਂਦੀ ਹੈ। ਇੱਥੇ ਚੰਦਨ ਦੀ ਨਰਸਰੀ ਵੀ ਹੈ ਤੇ ਖੇਤੀ ਵੀ ਕੀਤੀ ਹੋਈ ਆ। ਔਰ ਇੱਕ ਐਸਾ ਪਹਿਲਾ ਕਿਸਾਨ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਚੰਦਨ ਦੀ ਖੇਤੀ ਸ਼ੁਰੂ ਕੀਤੀ ਸੀ ਤੇ ਅੱਜ ਕਈ ਹਿੱਸਿਆਂ ਦੇ ਵਿੱਚ ਕਹਿ ਸਕਦੇ ਆ ਕਿ ਚੰਦਨ ਦੀ ਖੇਤੀ ਦੇ ਜਿਹੜੇ ਪਲਾਂਟਸ ਆ, ਬੂਟੇ ਆ, ਉਹ ਦਿੱਤੇ ਜਾ ਰਹੇ ਨੇ। ਇੱਕ ਝਲਕ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਚੰਦਨ ਦੀ ਇੱਥੇ ਖੇਤੀ ਕੀਤੀ, ਜਿਹੜੇ ਕਿ ਕਹਿ ਸਕਦੇ ਕਿ ਦੁਨੀਆ ਦੇ ਵਿੱਚ ਸਭ ਤੋਂ ਮਹਿੰਗਾ ਜੇ ਪੌਦਾ ਕਹੀਏ ਤਾਂ ਉਹ ਚੰਦਨ ਗਿਣਿਆ ਜਾਂਦਾ। ਔਰ ਚੰਦਨ ਦੀ ਲੱਕੜੀ ਤੁਸੀਂ ਦੇਖ ਸਕਦੇ, ਜਦੋਂ ਬਾਜ਼ਾਰਾਂ ਦੇ ਵਿੱਚ ਲੈਣ ਜਾਂਦੇ ਆ ਤਾਂ ਛੋਟੀ ਜਿਹੀ ਬਹੁਤ ਮਹਿੰਗੀ ਮਿਲਦੀ ਆ। ਅੱਜ ਉਸੇ ਹੀ ਚੰਦਨ ਦੀ ਗੱਲ ਕਰਾਂਗੇ। ਸਾਡੇ ਨਾਲ ਕਿਸਾਨ ਮੌਜੂਦ ਹੈ ਜਿਨ੍ਹਾਂ ਨੇ ਪਹਿਲਾਂ ਚੰਦਨ ਦਾ ਖੇਤ ਲਗਾ ਕੇ ਚੰਦਨ ਦੀ ਖੇਤੀ ਕੀਤੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਜੀ ਰੋਜ਼ਾਨਾ ਸਪੋਕਸਮੈਨ ਤੇ। ਸਤਿ ਸ਼੍ਰੀ ਅਕਾਲ ਜੀ। ਮੈਂ ਰੈਡਸਨ ਪਲਾਂਟੇਸ਼ਨ ਚੰਦਨ ਵਾਲਾ, ਗਾਂਵ ਚੋਰਾ, ਗਰੋਂਡਾ, ਜ਼ਿਲ੍ਹਾ ਕਰਨਾਲ, ਹਰਿਆਣਾ ਤੋਂ, ਤੇ ਅਸੀਂ 4.5 ਸਾਲ ਤੋਂ ਚੰਦਨ ਦੀ ਖੇਤੀ ਕਰ ਰਹੇ ਹਾਂ ਤੇ ਲੋਕਾਂ ਨੂੰ ਕਰਾ ਰਹੇ ਹਾਂ। ਮੈਂ ਇਹ ਜਾਣਨਾ ਚਾਹੁੰਦੀ ਹਾਂ, ਪਹਿਲਾਂ ਤਾਂ ਅਸੀਂ ਵੀ ਸੁਣਿਆ ਕਿ ਤੁਸੀਂ ਪਹਿਲਾਂ ਠੇਕੇ ਤੇ ਜ਼ਮੀਨ ਦਿੱਤੀ ਹੋਈ ਸੀ, ਫਿਰ ਤੁਸੀਂ ਚੰਦਨ ਦੀ ਖੇਤੀ ਸ਼ੁਰੂ ਕੀਤੀ ਕਿ ਜੇ ਖੇਤੀ ਕਰਨੀ ਚਾਹੀ ਤਾਂ ਸਿਰਫ ਚੰਦਨ ਤੋਂ ਸ਼ੁਰੂ ਕੀਤੀ। ਪਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਚੰਦਨ ਦੇ ਵਿੱਚ ਐਸੀ ਕੀ ਖਾਸੀਅਤ ਹੈ ਤੇ ਕਿੰਨੇ ਕੁ ਉਹਦੇ ਪ੍ਰਕਾਰ ਹੁੰਦੇ ਆ ਜਿਹਦੇ ਕਰਕੇ ਤੁਸੀਂ ਚੰਦਨ ਹੀ ਚੁਣਿਆ? ਚੰਦਨ ਦੁਨੀਆ ਦਾ ਸਭ ਤੋਂ ਮਹਿੰਗਾ ਬੂਟਾ ਹੈਗਾ ਜੀ, ਜਿੰਦਾ ਇੱਕ ਬੂਟਾ ਹੀ 2-2.5 ਲੱਖ ਤੋਂ ਲੈ ਕੇ 5 ਲੱਖ ਰੁਪਏ ਦਾ ਹੈਗਾ ਜੀ। ਤੇ ਜਦ ਮੇਰੀ ਬੇਟੀ ਪੈਦਾ ਹੋਈ ਤੇ ਮੈਂ ਐਸਾ FD ਉਹਦੇ ਵਾਸਤੇ ਕੀਤਾ ਹੈ ਕਿ ਫਿਊਚਰ ਵਾਸਤੇ ਮੈਂ ਉਹਨੂੰ ਸਿਕਿਉਰ ਕਰ ਸਕਾਂ। ਚੰਦਨ 2 ਪ੍ਰਕਾਰ ਦੇ ਹੁੰਦੇ ਹੈਗੇ ਜੀ। ਇੱਕ ਸਫੇਦ ਚੰਦਨ ਹੁੰਦਾ ਹੈ, ਇੱਕ ਲਾਲ ਚੰਦਨ ਹੁੰਦਾ ਹੈ ਜੀ। ਸਫੇਦ ਚੰਦਨ ਆਪਣੇ ਨਾਰਥ ਇੰਡੀਆ 'ਚ ਲੱਗਦਾ ਹੈ ਜੀ। ਲਾਲ ਚੰਦਨ ਲੱਗਦਾ ਹੈ ਜੀ ਸਾਊਥ ਇੰਡੀਆ 'ਚ, ਜਿੱਧਰ pH 5.5 6 ਦੀ ਹੈਗੀ ਆ। ਆਪਣੇ pH 7 7.5 8 ਦੀ ਹੈਗੀ ਹੈ। ਤੇ ਆਪਣੇ ਸਫੇਦ ਚੰਦਨ ਹੀ ਹੋਣਾ ਜੀ ਪੂਰੇ ਨਾਰਥ ਇੰਡੀਆ 'ਚ, ਚਾਹੇ ਉਹ ਪੰਜਾਬ ਹੋ, ਜੰਮੂ ਹੋ, उत्तर प्रदेश हो, राजस्थान हो, हरियाणा, नॉर्थ इंडिया में सफ़ेद चंदन ही लगेगा। ਤੁਸੀਂ ਕਿਉਂ ਸੋਚਿਆ ਕਿ ਮੈਂ ਚੰਦਨ ਦੀ ਖੇਤੀ ਕਰਨੀ ਹੈ? दुनिया की सब तो महंगी लकड़ी है जी ਤੇ ਜਿਹੜਾ ਕੰਮ ਕਰਨਾ ਹੈ ਫਿਰ ਸਭ ਤੋਂ ਮਹਿੰਗਾ ਹੀ ਕਰਨਾ ਹੈ, ਫਿਰ ਸਸਤਾ ਕਿਉਂ ਕਰਨਾ? ਫਿਰ ਇੰਨੀ ਜ਼ਿਆਦਾ ਮਹਿੰਗਾ ਇੱਕ ਪੌਦਾ ਹੁੰਦਾ ਆ ਤੇ ਤੁਸੀਂ ਕਿਵੇਂ ਮੈਨੇਜ ਕਰ ਰਹੇ ਹੋ? ਤੁਸੀਂ ਤਾਂ ਬਹੁਤ ਕਹਿ ਸਕਦੇ ਵੱਡੇ ਪੱਧਰ ਤੇ ਕੀਤਾ ਹੋਇਆ। ਇਹ ਬੂਟੇ ਦਾ ਬਸ ਸੰਭਾਲ ਰੱਖਣਾ ਚਾਹੀਦਾ ਜੀ। ਉਹ ਅਸੀਂ ਹਰ ਕਿਸਾਨ ਨੂੰ ਸਮਝਾਉਂਦੇ ਆ ਕਿ ਕਿਵੇਂ ਤੁਸੀਂ ਬੂਟੇ ਦੀ ਸੰਭਾਲ ਕਰਨੀ ਹੈ, ਦਵਾਈ ਕਿਹੜੀ ਪਾਣੀ ਹੈ। ਤੇ ਅਸੀਂ ਜੰਮੂ ਵੀ ਲਗਾਏ ਹੋਏ ਆ, ਅੰਮ੍ਰਿਤਸਰ ਵੀ ਲਗਾਏ ਹੋਏ ਆ, ਗੁਰਦਾਸਪੁਰ ਵੀ ਲਗਾਏ ਆ। ਤੁਹਾਡੀ ਨਰਸਰੀ ਤੋਂ ਲੈ ਕੇ ਜਾਂਦੇ ਨੇ? ਫਿਰ ਅਸੀਂ ਲਗਵਾਉਂਦੇ ਵੀ ਆ, ਲੋਕੀ ਲੈ ਕੇ ਵੀ ਜਾਂਦਾ ਜੀ। ਤੁਸੀਂ ਲੁਧਿਆਣਾ 7 ਕਿੱਲੇ ਲਗਾਏ ਹੋਏ ਆ, ਪੱਟੀ ਤੇ 2 ਏਕੜ ਲਗਾਏ ਹੋਏ ਆ। ਕੀ ਬਾਤ ਹੈ, ਅੱਛਾ ਜੀ। ਤੇ ਤੁਸੀਂ ਪੂਰਾ ਪੰਜਾਬ ਹੀ ਵੇਖ ਲਓ, ਹਰ ਡਿਸਟ੍ਰਿਕਟ 'ਚ ਤੁਹਾਨੂੰ ਚੰਦਨ ਮਿਲੇਗਾ ਹੀ ਮਿਲੇਗਾ ਜੀ।
ਇਹ ਸਰਕਾਰ ਵੱਲੋਂ ਮਤਲਬ ਕਿ ਪਾਲਿਸੀ ਨਿਕਲੀ ਹੈ ਕਿ ਤੁਸੀਂ ਚੰਦਨ ਦੀ ਖੇਤੀ ਕਰੋ? 2017 ਤੋਂ ਪਹਿਲੇ ਇਹ ਬੂਟਾ ਲਗਾਉਣਾ ਬੈਨ ਸੀ। ਅਗਰ ਜਿੰਨੇ ਵੀ ਬੂਟਾ ਲਗਾਉਣਾ ਸੀ ਉਹ ਗਵਰਨਮੈਂਟ ਦੀ ਪਰਮਿਸ਼ਨ ਲੈ ਕੇ ਬੂਟਾ ਲਗਾਏਗਾ। 2017 ਤੋਂ ਬਾਅਦ ਕੋਈ ਵੀ ਕਿਸਾਨ ਆਪਣੇ ਖੇਤਾਂ ਵਿੱਚ ਚੰਦਨ ਦੀ ਖੇਤੀ ਕਰ ਸਕਦਾ ਹੈ ਤੇ ਉਹਨੂੰ ਰਜਿਸਟਰ ਕਰਾਉਣਾ ਪੜੇਗਾ। ਰਜਿਸਟਰ ਤੁਹਾਡਾ ਜਿਵੇਂ ਪਟਵਾਰੀ ਦੇ ਨਾਲ ਹੋ ਗਿਆ, ਉਹ ਅਸੀਂ ਸਾਰਾ ਸਮਝਾ ਦਿੰਨੇ ਆ ਕਿਵੇਂ ਰਜਿਸਟਰ ਕਰਾਉਣਾ ਹੈਗਾ। ਜੀ ਫਾਇਦੇ ਕੀ ਹੈ ਚੰਦਨ ਦੇ? ਫਾਇਦੇ, ਦੁਨੀਆ ਤੋਂ ਸਭ ਤੋਂ ਮਹਿੰਗੀ ਲੱਕੜੀ ਹੈ ਜੀ। ਤੁਸੀਂ ਇਹਨੂੰ ਖੁਸ਼ਬੂ ਵਿੱਚ ਯੂਜ਼ ਕਰ ਸਕਦੇ ਹੋ, ਜੀ। ਆਯੁਰਵੈਦਿਕ ਯੂਜ਼ ਕਰਦੇ ਹੋ। ਜੀ। ਇਹਦੇ ਜਿਹੜੇ ਪੱਤੇ ਹੈਗੇ ਆ ਜੀ। ਇਹਦੇ ਨਾਲ ਵੀ ਤੁਸੀਂ ਗ੍ਰੀਨ ਟੀ ਬਣਾ ਸਕਦੇ ਹੋ, ਜਿਹੜੇ ਘਰ ਪੀਂਦੇ ਆ। ਸਭ ਤੋਂ ਮਹਿੰਗੀ ਗ੍ਰੀਨ ਟੀ ਵੀ ਚੰਦਨ ਦੀ ਹੈਗੀ ਆ। ਜੀ। ਤੇ ਫਾਇਦੇ ਅਨੇਕ ਹੈਗੇ, ਇਹਦੇ ਬਹੁਤ ਜ਼ਿਆਦਾ ਫਾਇਦੇ ਆ। ਮਤਲਬ ਕਿ ਇਹ ਕਹਿ ਸਕਦੇ ਦਵਾਈਆਂ ਦੇ ਲਈ ਵੀ ਕੰਮ ਆਉਂਦੇ ਆ? ਦਵਾਈਆਂ ਦੇ ਲਈ ਵੀ, ਤੇ ਖੁਸ਼ਬੂ ਜਿਹੜੀ ਮੇਨ ਚੀਜ਼ ਹੈਗੀ ਖੁਸ਼ਬੂ ਵਿੱਚ, ਈਵਨ ਦਾਰੂ ਵਿੱਚ ਵੀ ਯੂਜ਼ ਹੁੰਦਾ ਚੰਦਨ। ਜੀ ਸਪੈਸ਼ਲ ਮਤਲਬ ਕਿ ਇਹਦੀ ਖੇਤੀ ਕਿਵੇਂ ਕੀਤੀ ਜਾ ਸਕਦੀ ਹੈ? ਇਹਦੇ ਲਈ ਕੋਈ ਸਪੈਸ਼ਲ ਮਿੱਟੀ ਦੀ ਵੀ ਜ਼ਰੂਰਤ ਪੈਂਦੀ ਹੈ? ਕਿਸ ਤਰੀਕੇ ਦੇ ਖੇਤਾਂ ਦੇ ਵਿੱਚ ਇਹ ਜ਼ਿਆਦਾ ਉਗਾਈ ਜਾਂਦੀ ਹੈ? ਤੁਹਾਡਾ ਪਾਣੀ ਖੜਨਾ ਨਹੀਂ ਚਾਹੀਦਾ ਖੇਤਾਂ 'ਚ। ਅਗਰ ਪਾਣੀ ਖੜੇਗਾ ਤੇ ਬੂਟੇ ਹੋ ਜਾਣਗੇ ਖਰਾਬ। ਤੇ ਤੁਸੀਂ ਉਧਰ ਲਗਾਉਣਾ ਹੈ ਜਿੱਧਰ ਤੁਹਾਡੀ ਜ਼ਮੀਨ ਉੱਚੀ ਹੈਗੀ ਆ। ਬਸ ਪਾਣੀ ਦਾ ਧਿਆਨ ਰੱਖਣਾ ਹੈ। ਬਾਕੀ ਹਰ ਚੀਜ਼ ਅਸੀਂ ਟ੍ਰੇਨਡ ਕਰ ਦਿੰਦੇ ਹਾਂ ਹਰ ਫਾਰਮਰ ਨੂੰ। ਸੰਭਾਲ ਚਾਹੀਦੀ ਹੈ ਇਹਨੂੰ? ਸੰਭਾਲ 1 ਸਾਲ ਦੀ ਚਾਹੀਦੀ ਆ ਜੀ। 1 ਸਾਲ ਤੁਸੀਂ ਬੂਟਾ ਬੱਚਿਆਂ ਵਾਂਗੂ ਪਾਲਣਾ ਹੈਗਾ, ਉਸ ਤੋਂ ਬਾਅਦ ਤਾਂ ਇਹਨੇ ਆਪਣੇ ਆਪ ਹੀ ਚੱਲ ਪੈਣਾ। ਤੇ ਕਿੰਨੇ ਸਮੇਂ ਦਾ ਇਹ ਜਿਹੜਾ ਪੌਦਾ ਹੁੰਦਾ ਆ? ਜਿਹੜੇ ਆਪਣੇ ਇਹ ਬੂਟੇ ਹੈਗੇ ਆ, ਤੁਸੀਂ ਇਹ ਪਿੱਛੇ ਵੇਖ ਸਕਦੇ ਹੋ, ਇਹ 1 ਸਾਲ ਦੇ ਹੋ ਗਏ ਆ। ਜੀ 1 ਸਾਲ ਦੇ ਹੋ ਗਏ। ਹਾਂਜੀ, ਹੁਣ ਅਕਤੂਬਰ ਪਿਛਲੇ ਸਾਲ 2021 ਚ ਲਗਾਏ ਸੀ। ਜੀ। ਹੁਣ 11-12 ਮਹੀਨੇ ਦੇ ਹੋ ਗਏ ਤੇ 1 ਸਾਲ ਵਿੱਚ ਇੰਨੀ ਹਾਈਟ ਖਿੱਚ ਜਾਂਦੇ ਹੈਗੇ ਆ 5 ਫੀਟ ਤੇ 6 ਫੀਟ ਵੀ ਹੈਗੇ ਆ ਵਿਚਕਾਰਲੇ ਬੂਟੇ। ਉਸ ਤੋਂ ਬਾਅਦ ਇਹਦੀ ਸੰਭਾਲ ਘਟ ਜਾਂਦੀ ਹੈ ਜੀ। ਜੀ ਮਤਲਬ 1 ਸਾਲ ਜ਼ਿਆਦਾ ਸਾਂਭ ਸੰਭਾਲ ਕਰਨ ਦੀ ਲੋੜ ਪੈਂਦੀ ਹੈ? ਜ਼ਿਆਦਾ ਦੀ ਕੋਈ ਲੋੜ ਨਹੀਂ, ਬਸ ਤੁਹਾਨੂੰ ਪਾਣੀ ਨਹੀਂ ਖੜਨ ਦੇਣਾ ਤੇ ਅਗਰ ਸੋਕਾ ਨਹੀਂ ਆਣ ਦੇਣਾ। ਜ਼ਿਆਦਾ ਸੰਭਾਲ ਨਹੀਂ ਹੈਗੀ ਆ। ਅਗਰ ਤੁਸੀਂ ਫਾਰਮਰ ਹੈਗੇ ਹੋ ਤਾਂ ਤੁਹਾਨੂੰ ਕੋਈ ਦਿੱਕਤ ਆਣ ਹੀ ਨਹੀਂ ਵਾਲੀ। ਅਗਰ ਫਾਰਮਰ ਨਹੀਂ ਵੀ ਹੈਗੇ ਹੋ ਫਿਰ ਵੀ ਅਸੀਂ ਨਾ ਸਮਝਾ ਦਿੰਦੇ ਹਾਂ, ਤੁਹਾਨੂੰ ਕੋਈ ਦਿੱਕਤ ਹੀ ਨਾ ਆਏ। ਕਿੰਨੇ ਸਮੇਂ ਦਾ ਪੌਦਾ ਹੁੰਦਾ? ਮਤਲਬ ਕਿ ਜਿਵੇਂ ਇਹ ਤਾਂ 1 ਸਾਲ ਦਾ, ਫਸਲ ਪੱਕ ਕੇ ਜਿਵੇਂ ਆਪਾਂ ਕਹਿੰਦੇ ਤਿਆਰ ਹੋ ਜਾਂਦੀ ਹੈ, ਤੇ ਕਿਵੇਂ ਤਿਆਰ ਹੁੰਦੀ ਹੈ, ਕਦੋਂ ਹੁੰਦੀ ਹੈ? 12 ਤੋਂ 15 ਸਾਲ ਲੱਗਦੇ ਆ ਜੀ ਬੂਟੇ ਨੂੰ ਤਿਆਰ ਹੋਣ ਲਈ। ਔਰ ਤਿਆਰ ਹੋਣ ਤੋਂ ਬਾਅਦ ਤੁਹਾਡੀ ਖਰੀਦ ਜਿਹੜੀ ਹੈਗੀ ਹੈ ਗਵਰਨਮੈਂਟ ਵੀ ਹੈਗੀ ਆ, ਪ੍ਰਾਈਵੇਟ ਵੀ ਹੈਗੀ ਆ। ਐਕਸਪੋਰਟ ਦਾ ਜਿਹੜਾ ਰੇਟ ਹੈਗਾ ਉਹ 30,000 ਰੁਪਏ ਹੈਗਾ। ਕਰੰਟ ਵਿੱਚ ਐਕਸਪੋਰਟ ਬੈਨ ਹੈਗਾ। 2028-29 ਚ ਐਕਸਪੋਰਟ ਵੀ ਖੁੱਲ ਜਾਏਗਾ, ਫਿਰ ਸਾਰਾ ਮਾਲ ਐਕਸਪੋਰਟ ਹੋਏਗਾ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮਾਲ ਐਕਸਪੋਰਟ ਹੋਏਗਾ, ਪਰ ਡਿਮਾਂਡ ਕਿੱਥੇ ਆ ਜ਼ਿਆਦਾ? ਮਤਲਬ ਕਿ ਕਿੱਥੇ ਤੁਸੀਂ ਜਿਹੜਾ ਦੇ ਸਕਦੇ? ਚਾਈਨਾ ਹੈਗਾ ਜੀ, ਜਿੱਧਰ ਡਿਮਾਂਡ ਬਹੁਤ ਜ਼ਿਆਦਾ ਹੈ। ਆਲ ਓਵਰ ਵਰਲਡ ਚੰਦਨ ਦੀ ਡਿਮਾਂਡ ਬਹੁਤ ਜ਼ਿਆਦਾ ਹੈਗਾ। ਬਾਕੀ ਕੰਟਰੀਜ਼ ਵੀ ਕਰਦੀ ਹੈਗੀ ਹੈ ਚੰਦਨ ਦੇ ਕੰਮ, ਚੰਦਨ ਦੇ ਬੂਟੇ ਲਗਾਉਂਦੀ ਹੈਗੀ, ਬਟ ਜਿਹੜਾ ਇੰਡੀਆ ਦਾ ਚੰਦਨ ਹੈਗਾ ਸਭ ਤੋਂ ਵੱਧ ਹੈਗਾ, ਸਭ ਤੋਂ ਅਵਲ ਹੈਗਾ। ਉਹਦੀ ਕੋਈ ਰੀਸ ਹੀ ਨਹੀਂ ਹੈਗੀ ਤੇ ਜਿਹੜਾ ਤੁਹਾਡਾ ਰੇਟ ਹੈ ਉਹ ਘਟਣਾ ਹੀ ਨਹੀਂ, ਹਮੇਸ਼ਾ ਵਧਣਾ ਹੈ ਜੀ। ਤੁਸੀਂ ਕਿਸ ਚੀਜ਼ ਨੂੰ ਲੈ ਕੇ ਚੱਲੇ ਸੀ? ਮਤਲਬ ਕਿ ਜਦੋਂ ਤੁਸੀਂ ਕਿਹਾ ਕਿ ਕਿਸਾਨ ਪਹਿਲੇ ਹੋ ਜਿਹੜੇ ਕਿ ਇੰਡੀਆ ਦੇ ਵਿੱਚ ਚੰਦਨ ਦੀ ਖੇਤੀ ਕਰ ਰਹੇ ਹੋ, ਪਰ ਉਸ ਤੋਂ ਪਹਿਲਾਂ ਤੁਸੀਂ ਕੀ ਕਰ ਰਹੇ ਸੀ? ਕਿਵੇਂ ਤੁਹਾਡਾ ਸੁਝਾਅ ਬਣਿਆ? ਇਹ ਲੈ ਕੇ ਕਿੱਥੋਂ ਆਏ ਤੇ ਕਿਵੇਂ ਤੁਸੀਂ ਸ਼ੁਰੂ ਕੀਤੀ? ਜਦ ਮੇਰੀ ਬੇਟੀ ਪੈਦਾ ਹੋਈ ਸੀ ਜੀ, ਫਿਰ ਮੈਂ ਸੋਚਿਆ ਕਿ ਕੁਝ ਕੰਮ ਕਰਨਾ ਹੈ, ਕੁਝ ਇਹਦੇ ਵਾਸਤੇ ਸੇਵਿੰਗ ਕਰਨੀ ਹੈ। ਫਿਰ ਮੈਂ ਗੂਗਲ ਤੇ ਵੇਖਣ ਲੱਗ ਗਿਆ ਜੀ ਕਿਹੜਾ ਬੂਟਾ ਮਹਿੰਗਾ ਹੈਗਾ। ਫਿਰ ਮੈਨੂੰ ਪਤਾ ਚੱਲਿਆ ਜੀ ਚੰਦਨ ਬਹੁਤ ਮਹਿੰਗੀ ਚੀਜ਼ ਹੈਗੀ ਆ। ਫਿਰ ਮੈਂ ਪੜ੍ਹਿਆ ਕਿ ਚੰਦਨ ਲੱਗ ਕਿਉਂ ਨਹੀਂ ਸਕਦਾ ਜਾਂ ਲੱਗ ਸਕਦਾ। ਫਿਰ ਮੈਨੂੰ ਪਤਾ ਚੱਲਿਆ ਜੀ ਲੱਗ ਤਾਂ ਸਕਦਾ ਹੈ, ਬਸ ਲੋਕਾਂ ਨੂੰ ਪਤਾ ਨਹੀਂ ਹੈਗਾ। ਔਰ ਫਿਰ 2017 ਇਸ ਦਾ ਅਪਰੂਵ ਹੀ ਹੋ ਗਿਆ। ਫਿਰ ਲੋਕਾਂ ਨੂੰ ਅਸੀਂ ਸਮਝਾਉਂਦੇ ਗਏ ਕਿ ਚੰਦਨ ਲਗਾਓ, ਚੰਦਨ ਓਪਨ ਹੋ ਗਿਆ ਜੀ। ਚੰਦਨ ਤੋਂ ਸਭ ਤੋਂ ਜ਼ਿਆਦਾ ਵੱਧ ਖੇਤੀ ਕੋਈ ਹੈ ਹੀ ਨਹੀਂ। ਛੋਟਾ ਕਿਸਾਨ ਹੈਗਾ ਜਿੰਦੇ 'ਚ ਥੋੜੇ ਕਿੱਲੇ ਹੈਗੇ ਆ, ਥੋੜੀ ਜਗ੍ਹਾ ਹੈਗੀ ਆ, ਚਾਹੇ 10 ਬੂਟੇ ਲਗਾਏ ਚਾਹੇ 100 ਬੂਟਾ ਲਗਾਏ, ਇਹਨੇ ਪੈਸੇ ਦੇ ਕੇ ਹੀ ਜਾਣੇ ਆ ਜੀ। ਬਿਲਕੁਲ। ਤਾਂ ਇਹ ਵੀ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਇਹ ਫਸਲ ਪੱਕ ਜਾਂਦੀ ਹੈ, ਤੁਸੀਂ ਲੈ ਕੇ ਜਾਂਦੇ ਹੋ, ਪਰ ਇਹਨੂੰ 15 ਸਾਲ ਲੱਗ ਜਾਂਦੇ ਨੇ, ਪਰ ਉਸ ਤੋਂ ਪਹਿਲਾਂ ਕੀ ਮੁਨਾਫਾ ਹੋਏਗਾ ਤੁਹਾਨੂੰ? ਮੁਨਾਫੇ ਦੇ ਲਈ ਤੁਹਾਡੀ 50% ਆਫ ਲੈਂਡ ਖਾਲੀ ਰਹਿੰਦੀ ਹੈ। ਜਿਵੇਂ ਤੁਸੀਂ ਵੇਖ ਸਕਦੇ ਹੋ, ਇਹ ਪਿੱਛੇ ਅਸੀਂ ਮੂੰਗ ਵੀ ਬੋਈ ਹੋਈ ਸੀ, ਉੜਦ ਵੀ ਬੋਈ ਸੀ ਤੇ ਵਿਚਕਾਰਲੇ ਜਗ੍ਹਾ ਵੀ ਇੱਧਰ ਵੀ ਤੁਹਾਡੀ ਖੇਤੀ ਹੋ ਰਹੀ ਸੀ। ਤੇ 50% ਆਫ ਲੈਂਡ ਤੁਹਾਡੀ ਖਾਲੀ ਰਹੇਗੀ, ਜਿੰਦੇ ਤੁਹਾਡੀ ਇਨਕਮ ਬਰਕਰਾਰ ਰਹੇਗੀ। ਸਿਰਫ 50 ਤੋਂ 70% ਤੁਹਾਡੀ ਯੂਜ਼ ਕਰ ਸਕਦੇ ਹੈਗੇ ਹੋ, ਤੁਹਾਡੀ ਇਨਕਮ ਆਉਂਦੀ ਰਹੇਗੀ। 8 ਸਾਲ ਤੱਕ ਇਨਕਮ ਆਣੀ ਹੈ, ਉਸ ਤੋਂ ਬਾਅਦ ਤਾਂ ਚੰਦਨ ਦੀ ਵੈਲਿਊ ਬਹੁਤ ਵੱਧ ਜਾਣੀ ਹੈ ਜੀ। ਤੇ ਇਹ ਜਿਸ ਤਰੀਕੇ ਦੇ ਨਾਲ ਇਹ ਬੂਟੇ ਲੱਗੇ ਹੋਏ, ਕਿੰਨਾ ਇਹਨਾਂ ਦਾ ਸੈਂਟੀਮੀਟਰ ਲੈਵਲ ਛੱਡਣਾ ਪੈਂਦਾ ਆ? ਕਿਵੇਂ ਇਹਨੂੰ ਮਤਲਬ ਕਿ ਉਗਾਉਣਾ ਪੈਂਦਾ ਆ? ਇਹ ਡਿਪੈਂਡ ਕਰਦਾ ਜੀ ਕਿ ਤੁਸੀਂ ਕਿਵੇਂ ਲਗਾਉਣਾ ਚਾਹੁੰਦੇ ਹੋ। ਤੁਸੀਂ ਚਾਰੋਂ ਤਰਫ ਲਗਾਉਣਾ ਚਾਹੁੰਦੇ ਹੋ ਉਹ ਵੀ ਲੱਗ ਸਕਦੇ ਆ, ਕਿੱਲੇ 'ਚ ਪੂਰਾ ਲਗਾ ਸਕਦੇ ਹੋ।
12 ਬਾਏ 15 ਦਾ ਅਸੀਂ ਛੱਡਨੇ ਆ, ਬੈੱਡ ਬਣਾਉਂਦੇ ਆ, ਉਸ ਦੇ ਉੱਤੇ ਚੰਦਨ ਲਗਾਉਂਦੇ ਆ। ਬੈੱਡ ਦਾ ਮਤਲਬ ਇਹ ਨਹੀਂ ਹੈਗਾ ਕਿ ਉੱਚਾ ਉਠਾਣਾ। ਅਗਰ ਤੁਹਾਡੇ ਥੱਲੇ ਹੈਗਾ ਖੇਤ ਤੇ ਤੁਸੀਂ ਵਾਟਰ ਹਾਰਵੈਸਟਿੰਗ ਕਰਾ ਸਕਦੇ ਹੋ ਕਿ ਪਾਣੀ ਸਾਰਾ ਥੱਲੇ ਜ਼ਮੀਨ ਦੇ ਚਲਾ ਜਾਏ ਜੀ। ਤੇ ਉਹਦੇ ਵਿੱਚ ਅਕੇਲਾ ਚੰਦਨ ਨਹੀਂ ਲੱਗਦਾ ਜੀ, ਹੋਸ਼ ਪਲਾਂਟ ਵੀ ਨਾਲ ਲੱਗਦਾ। ਇਹ ਵੱਟਾਂ ਤੇ ਹੀ ਲਗਾਇਆ ਜਾਂਦਾ ਜ਼ਿਆਦਾਤਰ? ਇਹ ਵੱਟਾਂ ਨਹੀਂ ਹੈਗੀ, ਇਹ ਪਾਣੀ ਦੇਣ ਵਾਸਤੇ ਹੈਗਾ ਜੀ। ਜੀ। ਕਿ ਸੋ ਅਸੀਂ ਨਾਲ ਦੇਖਣਾ ਵੀ ਚਾਹੁੰਦੇ ਹਾਂ। ਅਸੀਂ ਦੇਖਿਆ ਕਿ ਤੁਸੀਂ ਜਿੱਥੇ ਚੰਦਨ ਦਾ ਪਲਾਂਟ ਲਾਇਆ ਉੱਥੇ ਹੋਰ ਵੀ ਛੋਟਾ ਜਿਹਾ, ਜਿਸ ਤਰ੍ਹਾਂ ਕਹਿ ਸਕਦੇ ਇੱਕ ਫਲਾਵਰ ਦੇ ਹੁੰਦੇ ਨੇ ਪਲਾਂਟ, ਉਹ ਲਗਾਏ ਹੋਏ ਨੇ। ਇਹ ਕਿਉਂ ਜ਼ਰੂਰੀ ਹੈ ਤੇ ਕਿਉਂ ਲਗਾਇਆ ਇੱਥੇ? ਇਹ ਪੈਰਾਸਾਈਟ ਬੂਟਾ ਹੈ ਜੀ। ਜੀ। ਪੈਰਾਸਾਈਟ ਬੂਟਾ ਉਹ ਬੂਟਾ ਹੁੰਦਾ ਹੈਗਾ ਜਿਹੜਾ ਖੁਦ ਆਪਣਾ ਫੂਡ ਨਹੀਂ ਬਣਾ ਸਕਦਾ ਜੀ। ਇਹਨੂੰ ਮਦਰ ਪਲਾਂਟ ਦੀ ਲੋੜ ਪੈਂਦੀ ਹੈ, ਉਹਨੂੰ ਹੋਸਟ ਬੋਲਦੇ ਹੈਗੇ ਜੀ। ਜੀ। ਜਦ ਤੱਕ ਹੋਸਟ ਇਹਨੂੰ ਖੁਰਾਕ ਦੇ ਰਿਹਾ ਚੰਦਨ ਵੱਧਦਾ ਜਾਏਗਾ, ਜਦ ਹੋਸਟ ਨਹੀਂ ਹੋਏਗਾ ਤਾਂ ਚੰਦਨ ਵਧਣਾ ਬੰਦ ਹੋ ਜਾਏਗਾ ਜੀ। ਤੇ ਛੋਟਾ ਬੂਟਾ ਹੁੰਦਾ, ਅਸੀਂ ਜੀ ਇਹਦੇ ਨਾਲ ਇਹ ਵੇਖੋ, ਦਰਸ਼ਕੋ ਤੁਸੀਂ ਦੇਖ ਸਕਦੇ ਹੋ ਇਧਰ ਨਾਲ ਲੱਗਾ ਹੋਇਆ ਜੀ। ਇਹਨੂੰ ਹੈਜ ਵੀ ਬੋਲਦੇ ਆ ਜੀ, ਲਾਲ ਮਹਿੰਦੀ ਵੀ ਬੋਲਦੇ ਆ ਜੀ। ਲਾਲ ਮਹਿੰਦੀ। ਜਦ ਤੱਕ ਵੱਡੇ ਬੂਟੇ ਦੀ ਜੜ ਨਹੀਂ ਮਿਲੇਗੀ ਹੋਸਟ ਪਲਾਂਟ ਨਾਲ, ਜੀ। ਤਦ ਤੱਕ ਇਹ ਖੁਰਾਕ ਇਹ ਦੇਗਾ। ਉਸ ਤੋਂ ਬਾਅਦ ਤੁਹਾਡਾ ਵੱਡਾ ਬੂਟਾ ਜਿਹੜਾ ਹੋਸਟ ਪਲਾਂਟ ਲੱਗਿਆ ਹੈ ਉਹ ਖੁਰਾਕ ਦੇਗਾ। ਕਹਿੰਦੇ ਚੰਦਨ ਹਰ ਕੋਈ ਚੀਜ਼ ਜਿਹੜੀ ਲਗਾਈ ਉਹ ਚੰਦਨ ਹੋ ਜਾਂਦੀ ਹੈ। ਤਾਂ ਇਹ ਅਸੀਂ ਬੂਟੇ ਤੁਹਾਡੇ ਦੇਖਿਆ ਹੋਰ ਵੀ ਖੜੇ ਹੋਏ ਆ, ਇਹ ਕਿਸ ਚੀਜ਼ ਦੇ ਬੂਟੇ ਲਾਏ ਹੋਏ ਨੇ? ਇਹ ਹੋਸਟ ਪਲਾਂਟ ਹੈਗਾ ਜੀ। ਅੱਛਾ, ਇਹੀ ਵੱਡੇ ਹੋਏ ਨੇ? ਹਾਂ, ਵੱਡੇ ਜਿਹੜੇ ਬੂਟੇ ਤੁਹਾਨੂੰ ਦਿਖ ਰਹੇ ਆ ਉਹ ਹੋਸਟ ਪਲਾਂਟ ਦੇ ਹੈਗੇ ਆ। ਇਹਨੂੰ ਖੁਰਾਕ ਦੇ ਰਹੇ ਆ, ਖੁਰਾਕ ਤੇ ਇਹ ਮਦਰ ਹੈਗੀ ਆ ਜੀ, ਜਿਹੜੀ ਖੁਰਾਕ ਦੇਗੀ ਲਾਈਫ ਟਾਈਮ ਵਾਸਤੇ। ਇਹ ਇਹਦੇ ਨਾਲ ਹੀ ਰਹਿਣਾ ਹੈਗਾ, ਜਦ ਤੱਕ ਇਹ ਰਹੇਗਾ, ਜਦ ਤੱਕ ਇਹ ਤੁਹਾਡਾ ਚੰਦਨ ਵੱਧਦਾ ਜਾਏਗਾ। ਸੋ ਅੱਗੇ ਵੀ ਅਸੀਂ ਦੇਖਣਾ ਚਾਹਾਂਗੇ। ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਜਿੱਥੇ ਚੰਦਨ ਦੇ ਬੂਟੇ ਵੱਡੇ ਹੋ ਗਏ ਉੱਥੇ ਛੋਟੇ ਵੀ ਤੁਸੀਂ ਦੇਖ ਸਕਦੇ। ਤੇ ਨਾਲ ਇਹਨਾਂ ਨੇ ਦੱਸਿਆ ਜਿਵੇਂ ਸਪੇਸ ਖਾਲੀ ਹੁੰਦੀ ਹੈ ਵਿੱਚ, ਤੁਸੀਂ ਹੋਰ ਵੀ ਫਸਲ ਇਹਦੇ ਤੋਂ ਲੈ ਸਕਦੇ ਹੋ। ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਮੂੰਗੀ ਲਗਾਈ ਹੋਈ ਹੈ ਜੀ। ਹਾਂਜੀ, ਇਹ ਮੂੰਗ ਲਗਾਈ ਹੋਈ ਸੀ, ਹੁਣੇ ਤਾਂ ਕੱਟ ਗਈ ਹੈ, ਉੱਪਰ ਤੋੜ ਦਿੱਤੀ ਹੈਗੀ ਆ। ਤੋੜ ਲਿਆ। ਹਾਂਜੀ। ਕਿੰਨੇ ਕੁ ਟਾਈਮ ਮਤਲਬ ਕਿ ਇਹ ਫਸਲ ਰਹਿੰਦੀ ਹੈਗੀ ਆ? ਇਹ 3-4 ਮਹੀਨੇ ਦੀ ਫਸਲ ਹੈਗੀ ਜੀ। 3-4 ਮਹੀਨਿਆਂ ਦੀ। ਅਸੀਂ ਹੁਣ ਗੇਹੂੰ ਦਾ ਟਾਈਮ ਆਉਣ ਵਾਲਾ ਹੈ ਤੇ ਗੇਹੂੰ ਲਗਾਵਾਂਗੇ, ਫਿਰ ਉਸ ਤੋਂ ਬਾਅਦ ਦੁਬਾਰਾ ਮੂੰਗ ਔਰ ਲਗਾ ਲਾਂਗੇ ਦੁਬਾਰਾ। ਕੋਈ ਵੀ ਸਬਜ਼ੀ ਲਗਾ ਸਕਦੇ ਹੋ, ਸਿਰਫ ਇੱਕ ਗੰਨਾ ਨਹੀਂ ਲਗਾਉਣਾ ਤੇ ਇੱਕ ਝੋਨਾ ਨਹੀਂ ਲਗਾਉਣਾ। ਇਹ ਦੋ ਚੀਜ਼ਾਂ ਨਹੀਂ ਲਗਾ ਸਕਦੇ, ਬਾਕੀ ਤੁਸੀਂ ਕਿਹੜੀ ਮਰਜ਼ੀ ਫਸਲ ਕਰ ਸਕਦੇ ਹੋ। ਇਹ ਜਿਹੜੀ ਤੁਸੀਂ ਫਿਰ ਚੰਦਨ ਦੀ ਨਰਸਰੀ ਵੀ ਕਰ ਰਹੇ ਹੋ, ਨਰਸਰੀ ਵੀ ਦੇ ਰਹੇ ਹੋ, ਤਾਂ ਉਹ ਫਿਰ ਬੂਟੇ ਇਹਦੇ ਤੋਂ ਕਿਵੇਂ ਤਿਆਰ ਕੀਤੇ ਜਾਂਦੇ ਨੇ? ਜਿਸ ਤਰੀਕੇ ਨਾਲ ਤੁਹਾਡੇ ਬੂਟੇ ਤਾਂ ਹੋ ਚੁੱਕੇ ਨੇ, ਇਹ ਲਿਆਉਣੇ ਪੈਂਦੇ ਆ ਤੁਹਾਨੂੰ ਜਾਂ ਤੁਸੀਂ ਇੱਥੇ ਹੀ ਤਿਆਰ ਕਰ ਰਹੇ ਹੋ? ਅਸੀਂ ਇੱਧਰ ਹੀ ਤਿਆਰ ਕਰਦੇ ਆ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 8826388900 ਔਰ 9416133047। ਅਸੀਂ ਬੂਟੇ ਆਪਣੇ ਹੀ ਤਿਆਰ ਕਰਦੇ ਆ, ਪੋਲੀ ਹਾਊਸ ਵਿੱਚ ਤਿਆਰ ਹੁੰਦੇ ਹੈਗੇ ਆ। ਉਸ ਤੋਂ ਬਾਅਦ ਅਸੀਂ ਕਿਸਾਨਾਂ ਨੂੰ ਦਿੰਦੇ ਹੈਗੇ ਆ। ਜਿਹੜਾ ਬੂਟਾ ਹੁੰਦਾ ਹੈ ਉਹ ਅਸੀਂ 2 ਸਾਲ ਦਾ ਦਿੰਦੇ ਆ, ਛੋਟਾ ਨਹੀਂ ਦਿੰਦੇ ਕਿਉਂਕਿ ਛੋਟੇ ਮਰ ਜਾਂਦੇ ਹੈਗੇ ਆ। ਫਿਰ ਕਿਸੇ ਫਾਰਮਰ ਦਾ ਨੁਕਸਾਨ ਹੋ ਜਾਏ ਉਹ ਠੀਕ ਨਹੀਂ ਹੈ। ਅਸੀਂ ਤੁਹਾਨੂੰ 125 ਰੁਪਏ 'ਚ 2 ਸਾਲ ਦਾ ਬੂਟਾ ਚੰਦਨ ਦਾ ਦੇ ਦਿੰਦੇ ਆ ਜੀ। ਲੱਖਾਂ ਦਾ ਬੂਟਾ ਫਿਰ ਤੁਸੀਂ ਇਹਨਾਂ ਮਤਲਬ ਸਸਤਾ ਰੇਟ ਰੱਖਿਆ ਹੋਇਆ? ਮੈਂ ਜਦ ਚੰਦਨ ਲਗਾ ਰਿਹਾ ਸੀ ਉਸ ਟਾਈਮ ਇਹ ਬੂਟਾ 800-900 ਰੁਪਏ ਦਾ ਹੈਗਾ ਸੀ ਇੱਕ ਬੂਟਾ। ਫਿਰ ਮੈਂ ਫਾਦਰ ਸਾਹਿਬ ਨਾਲ ਡਿਸਕਸ ਕੀਤਾ, ਮੈਂ ਕਿਹਾ ਇਸ ਹਿਸਾਬ ਨਾਲ ਤਾਂ ਕੋਈ ਕਿਸਾਨ ਲਗਾ ਹੀ ਨਹੀਂ ਸਕਦਾ। ਫਿਰ ਮੇਰੇ ਦਿਮਾਗ ਵਿੱਚ ਆਇਆ ਕਿਉਂਕਿ ਨਾ ਅਸੀਂ ਖੁਦ ਕਿਉਂ ਨਾ ਕਰੀਏ। ਫਿਰ ਅਸੀਂ ਬੀਜ ਤੋਂ ਉਗਾਏ ਤੇ ਸਭ ਤੋਂ ਪਹਿਲਾਂ ਅਸੀਂ 60 ਬੂਟੇ ਲਗਾਏ ਜੀ। 60 ਬੂਟੇ 'ਚ ਉਹ ਹਾਈਟ ਹੋ ਗਈ ਹੁਣ 18 ਫੀਟ ਦੀ। ਫਿਰ ਧੀਰੇ ਧੀਰੇ ਜਿਵੇਂ ਬੂਟੇ ਹੁੰਦੇ ਗਏ ਅਸੀਂ ਆਪਣੇ ਖੇਤ 'ਚ ਲਗਾਉਂਦੇ ਗਏ। ਸੋ 18 ਫੁੱਟ ਦੇ ਜਿੱਥੇ ਕਹਿੰਦੇ ਆ ਕਿ ਬੂਟੇ ਹੋ ਵੀ ਚੁੱਕੇ ਨੇ। ਤਕਰੀਬਨ ਕਿੰਨੇ ਸਾਲ ਤੋਂ ਤੁਸੀਂ ਇਹ ਚੰਦਨ ਦੀ ਖੇਤੀ ਕਰ ਰਹੇ ਹੋ? 4.5 ਸਾਲ ਹੋ ਗਏ ਜੀ ਸਾਨੂੰ ਚੰਦਨ ਦੀ ਖੇਤੀ ਕਰਦੇ। ਸੋ ਅਸੀਂ ਦਿਖਾਣਾ ਚਾਹਾਂਗੇ ਜਿਹੜੇ ਤੁਹਾਡੇ ਹੁਣ ਤੱਕ 4-5 ਸਾਲ ਦੀ ਕਹਿ ਸਕਦੇ ਚੰਦਨ ਦੇ ਬੂਟਿਆਂ ਨੇ ਹਾਈਟ ਪਕੜੀ ਹੋਈ ਹੈ, ਉਹ ਵੀ ਤੁਹਾਨੂੰ ਦਿਖਾਵਾਂਗੇ। ਇੱਕ ਪਾਸੇ ਤੁਸੀਂ ਝਾਤ ਮਾਰੋ, ਇੱਕ ਪਾਸੇ 1 ਸਾਲ ਦੇ ਬੂਟੇ ਤੇ ਦੂਜੇ ਪਾਸੇ ਉਹ ਵੱਡਾ ਚੰਦਨ ਹੈ ਜਿਹੜਾ ਦਿਖ ਰਿਹਾ ਹੈਗਾ। ਤੇ ਮਤਲਬ ਕਿ ਇਹ ਫਿਰ ਖੁਸ਼ਬੂ ਵੀ ਦਿੰਦਾ ਹੈਗਾ? ਬਿਲਕੁਲ ਜੀ, ਖੁਸ਼ਬੂ ਦਿੰਦਾ ਹੈਗਾ 8-9 ਸਾਲ ਬਾਅਦ। 8-9 ਸਾਲ ਜਦ ਇਹ ਪਕਣਾ ਸ਼ੁਰੂ ਕਰ ਦਿੰਦਾ ਹੈ। ਜਿਵੇਂ ਤੁਹਾਡੀ ਸਾਗਵਾਨ ਹੁੰਦੀ ਆ ਵਿਚਕਾਰਲੇ ਲਾਲੀ ਆ ਜਾਂਦੀ ਹੈ, ਉਵੇਂ ਹੀ ਚੰਦਨ ਰਹੇਗਾ ਜੀ। ਇਹਦਾ ਸਫੇਦ ਆਗਾ ਰੰਗ ਤੇ ਖੁਸ਼ਬੂ ਆਉਣ ਲੱਗ ਜਾਏਗੀ ਬੂਟੇ ਦੇ ਨਾਲ। ਫਿਰ ਜਿਵੇਂ ਕੋਈ ਬੂਟਾ ਕੱਟੋਗੇ ਤਾਂ ਤੁਹਾਡੇ ਦੂਰ ਤੱਕ ਸਮੈਲ ਆਏਗੀ ਜੀ। ਕਹਿੰਦੇ ਜਿੱਥੇ ਚੰਦਨ ਹੋਵੇ ਉੱਥੇ ਸੱਪ ਬਹੁਤ ਆਉਂਦਾ ਆ, ਇਹਦਾ ਕੀ ਰਾਜ਼ ਆ? ਮਤਲਬ ਕਿ ਤੁਹਾਡੇ ਵੀ ਫਿਰ ਇੱਥੇ ਹੁੰਦੇ ਆ? ਅਸੀਂ ਹੁਣ ਤੱਕ ਤਾਂ ਨਹੀਂ ਵੇਖੇ ਜੀ। ਜਿੱਧਰ ਵੀ ਤੁਸੀਂ ਸਫਾਈ ਰੱਖੋਗੇ ਉਧਰ ਸੱਪ ਨਹੀਂ ਆਣੇ। ਅਗਰ ਸਫਾਈ ਨਹੀਂ ਰੱਖੋਗੇ ਤਾਂ ਉੱਧਰ ਮੇਂਢਕ ਤੇ ਰੈਟ ਚੂਹੇ ਆ ਜਾਣੇ, ਉਹਨੂੰ ਖਾਣ ਲਈ ਸੱਪ ਆਏਗਾ।
ਹੁਣ ਸੱਪ ਨੂੰ ਇਹ ਪਤਾ ਚੱਲ ਜਾਏਗਾ ਮੈਨੂੰ ਕਿੱਧਰ ਜਾਣ ਦੀ ਲੋੜ ਹੀ ਨਹੀਂ ਪੈਂਦੀ, ਇੱਧਰ ਹੀ ਮੈਨੂੰ ਖੁਰਾਕ ਮਿਲ ਜਾਂਦੀ ਹੈ। ਫਿਰ ਲੋਕਾਂ ਨੂੰ ਲੱਗੇਗਾ ਕਿ ਇਹ ਨਹੀਂ ਚੰਦਨ ਦੇ ਨਾਲ ਸੱਪ ਹੈਗਾ। ਅਗਰ ਤੁਸੀਂ ਸਫਾਈ ਰੱਖਦੇ ਹੋ ਕੋਈ ਵੀ ਸੱਪ ਨਹੀਂ ਆਣਾ, ਨਾ ਮਿੰਡਕ ਆਏਗਾ, ਨਾ ਤੁਹਾਡੇ ਚੂਹੇ ਆਣਗੇ। ਇਹ ਖੇਤੀ ਵੀ ਮਹਿੰਗੀ ਹੈ ਫਿਰ ਪੂਰੀ? ਖੇਤੀ ਤਾਂ ਮਹਿੰਗੀ ਹੈਗੀ ਹੈ ਜੀ। ਜੀ ਦੁਨੀਆ ਤੋਂ ਸਭ ਤੋਂ ਮਹਿੰਗਾ ਬੂਟਾ ਹੈ। ਕਿਉਂ ਮਹਿੰਗਾ ਹੈਗਾ? ਡੈਲੀਕੇਟ ਹੈਗਾ। ਤੁਸੀਂ 1 ਸਾਲ ਆਪਣੇ ਬੱਚਿਆਂ ਵਾਂਗੂ ਸੰਭਾਲਣਾ ਹੈਗਾ, ਉਸ ਤੋਂ ਬਾਅਦ ਇਹਨੂੰ ਇੰਨੀ ਜ਼ਿਆਦਾ ਲੋੜ ਨਹੀਂ ਪੈਂਦੀ ਜੀ। ਜੀ ਸੋ ਅਸੀਂ ਤੁਹਾਡੀ ਨਰਸਰੀ ਵੀ ਦੇਖਣਾ ਚਾਹਾਂਗੇ ਜਿੱਥੇ ਤੁਸੀਂ ਬੂਟੇ ਤਿਆਰ ਕਰਦੇ ਹੋ। ਸੋ ਦਰਸ਼ਕੋ, ਕੋਈ ਵੀ ਅਗਰ ਚੰਦਨ ਦੀ ਖੇਤੀ ਕਰਨਾ ਚਾਹੁੰਦਾ ਏ ਤਾਂ ਉਹ ਇਹ ਵੀਰ ਨਾਲ ਸੰਪਰਕ ਕਰ ਸਕਦੇ ਨੇ। ਔਰ ਇੱਥੇ ਸਰੋਂ ਬੀਜੀ ਹੋਈ ਹੈ ਤੁਸੀਂ ਫਿਰ ਵਿੱਚ? ਨਹੀਂ, ਹੁਣੇ ਬੀਜਣੀ ਹੈਗੀ, ਇਹ ਪਿਛਲੀ ਵਾਰ ਦੀ ਹੈਗੀ। ਇਹ 2.5 ਸਾਲ ਦੇ ਬੂਟੇ ਹੈਗੇ। 2.5 ਸਾਲ ਦੇ ਬੂਟੇ? ਹਾਂ, ਅੱਗੇ ਤੁਹਾਡੇ 4 ਸਾਲ ਦੇ ਬੂਟੇ ਹੈਗੇ, ਇਹ ਸਾਰੇ 2.5 ਸਾਲ ਦੇ ਬੂਟੇ ਹੈਗੇ ਜੀ। ਸੋ ਨਰਸਰੀ ਜ਼ਰੂਰ ਅਸੀਂ ਦੇਖਣਾ ਚਾਹਾਂਗੇ। ਸੋ ਜਾਂਦੇ ਜਾਂਦੇ ਦਰਸ਼ਕੋ ਤੁਹਾਨੂੰ ਨਰਸਰੀ ਵੀ ਦਿਖਾਵਾਂਗੇ ਕਿ ਕਿਵੇਂ ਬੂਟੇ ਜਿਹੜੇ ਤਿਆਰ ਕਰਦੇ ਨੇ। ਤੇ ਇੱਕ ਪਾਸੇ ਜਿਹੜਾ ਬੂਟਾ ਹੈਗਾ ਆ ਤੁਹਾਡਾ ਜਿਹੜਾ ਤੁਸੀਂ ਤਿਆਰ ਕੀਤਾ ਹੋਇਆ, ਤੇ ਦੂਜੇ ਪਾਸੇ ਇਹ ਵੀ ਦੇਖਣਾ ਕਿ ਤਿਆਰ ਹੁੰਦੇ ਕਿਵੇਂ ਪਏ ਆ, ਕਿਸ ਤਰੀਕੇ ਦੇ ਨਾਲ ਤੁਸੀਂ ਤਿਆਰ ਜਿਹੜੇ ਉਹ ਬੂਟੇ ਕਰਦੇ ਬਣਾਇਆ ਹੋਇਆ ਹੈ। ਜੀ, ਇਹਦੇ ਵਿੱਚ ਵੀ ਬੀਜ ਲਗਾਇਆ ਹੋਇਆ ਹੈ। ਓਕੇ, ਇਸੇ ਚੰਦਨ ਦਾ ਹੀ? ਨਹੀਂ, ਚੰਦਨ ਦੀ ਹੋਸਟ ਪਲਾਂਟ ਹੈਗਾ ਜੀ। ਹੋਸਟ ਪਲਾਂਟ ਦਾ, ਠੀਕ ਹੈ ਜੀ। ਇਹਦੇ ਤੇ ਹੁਣ ਸਪਰਾਊਟਿੰਗ ਸ਼ੁਰੂ ਹੈਗੀ ਹੈ ਜੀ, ਤੇ ਫਿਰ ਵੱਧ ਜਾਣਗਾ, ਫਿਰ ਵੇਚ ਦਾਂਗੇ ਜੀ। ਓਕੇ, ਸੋ ਸਪੈਸ਼ਲ ਤੁਸੀਂ ਇਹ ਬੀਜ ਤੋਂ ਤਿਆਰ ਕਰਦੇ ਹੋ? ਹਾਂਜੀ, ਚੰਦਨ ਵੀ ਬੀਜ ਤੋਂ ਤਿਆਰ ਹੁੰਦਾ ਹੈਗਾ। ਜਿਹੜਾ ਲੋਕੀ ਇਹ ਕਹਿੰਦਾ ਹੈਗਾ ਚੰਦਨ ਹਾਈਬ੍ਰਿਡ ਹੈਗਾ, ਤੇ ਲੋਕਾਂ ਨੂੰ ਦੱਸਦਾ ਕਿ ਹਾਈਬ੍ਰਿਡ ਕੁਝ ਨਹੀਂ ਹੁੰਦਾ ਜੀ। ਸਾਰੇ ਸਾਇੰਟਿਸਟ ਨੇ ਟੈਸਟਿੰਗ ਕੀਤੀ ਹੋਈ ਹੈ। ਜਿਹੜੇ ਵੀ ਹਾਈਬ੍ਰਿਡ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਉਹਦੇ 'ਚ ਖੁਸ਼ਬੂ ਹੀ ਨਹੀਂ ਆਈ ਹੈਗੀ। ਇਸ ਵਾਸਤੇ ਜਿਹੜਾ ਵੀ ਅਗਰ ਲੋਕੀ ਤੁਹਾਨੂੰ ਪਾਗਲ ਬਣਾਏ ਕਿ ਹਾਈਬ੍ਰਿਡ ਹੈਗਾ ਜਲਦੀ ਤਿਆਰ ਹੋਏਗਾ, ਬਿਲਕੁਲ ਨਹੀਂ ਮੰਨਣਾ, ਉਹਦੇ 'ਚ ਖੁਸ਼ਬੂ ਹੀ ਨਹੀਂ ਆਏਗੀ ਜੀ। ਜੀ ਸੋ ਦਰਸ਼ਕੋ, ਦੂਜੇ ਪਾਸੇ ਤੁਸੀਂ ਝਾਤ ਮਾਰ ਕੇ ਦੇਖ ਸਕਦੇ ਹੋ, ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਪਲਾਂਟਸ ਤਿਆਰ ਕੀਤੇ ਹੋਏ ਆ, ਤੇ ਨਾਲ ਹੀ ਜਿਹੜਾ ਹੋਟਸ ਪਲਾਂਟ ਕਹਿੰਦੇ ਆ ਕਿ ਉਹ ਵੀ ਨਾਲ ਹੀ ਲਗਾਇਆ ਹੋਇਆ। ਮਤਲਬ ਕਿ ਜੇ ਤੁਸੀਂ ਛੋਟੇ ਪੌਦੇ ਨੂੰ ਵੀ ਵੱਡਾ ਕਰਨਾ ਚਾਹੁੰਦੇ ਹੋ, ਚਾਹੇ ਉਹ ਚੰਦਨ ਦਾ ਆ, ਤੇ ਨਾਲ ਤੁਹਾਨੂੰ ਇਸ ਤਰੀਕੇ ਦੇ ਨਾਲ ਹੋਟਸ ਪਲਾਂਟ ਵੀ ਲਗਾਉਣਾ ਪਏਗਾ, ਕਿਉਂਕਿ ਉਹ ਮਦਰ ਦਾ ਕੰਮ ਕਰਦੀ ਹੈ, ਜਿਹਦੇ ਕਰਕੇ ਪਲਾਂਟਸ ਨੂੰ ਵਧਣ ਦੇ ਵਿੱਚ ਮੁਸ਼ਕਲ ਪੈਦਾ ਨਹੀਂ ਹੁੰਦੀ, ਤੇ ਬੜੀ ਆਸਾਨੀ ਦੇ ਨਾਲ ਜਿਹੜਾ ਪਲਾਂਟਸ ਹੈਗਾ ਉਹ ਅੱਗੇ ਵੱਧਦਾ ਤੇ ਫੁੱਲਦਾ ਹੈਗਾ। ਇੱਧਰ ਤੁਸੀਂ ਦੇਖੋ ਨਰਸਰੀ, ਇਹ ਸਾਰੀ ਨਰਸਰੀ ਹੈਗੀ ਜੀ। ਜੀ, ਇਹ ਸਾਰੇ ਜਿਹੜੇ ਬੂਟੇ ਹੈਗੇ ਆ ਉਹ 2 ਸਾਲ ਦੇ ਬੂਟੇ ਹੈਗੇ। ਅੱਛਾ ਜੀ, ਇਹ 2 ਸਾਲ ਦਾ ਬੂਟਾ? ਹਾਂਜੀ, ਸਾਰਿਆਂ ਦੀ ਹਾਈਟ 2 ਫੁੱਟ ਪਲੱਸ ਹੈਗੀ ਹੈ ਜੀ। ਓਕੇ, ਔਰ ਛੋਟੇ ਬੂਟੇ ਨਹੀਂ ਦਿੰਦੇ ਕਿੰਨੂੰ ਵੀ ਜੀ, ਕਿਉਂਕਿ ਛੋਟੇ ਬੂਟੇ ਪਰ ਮਰ ਮਾਤਰ ਜਾਂਦੇ। 125 ਰੁਪਏ ਦਾ? ਮਾਤਰ 125 ਰੁਪਏ, ਤੇ ਨਾਲ ਤੁਹਾਨੂੰ ਪੂਰਾ ਸਮਝਾਵਾਂਗੇ ਵੀ ਸਹੀ। ਜੀ, ਟ੍ਰੇਨਿੰਗ ਵੀ ਦੋਗੇ? ਬਿਲਕੁਲ ਟ੍ਰੇਨਿੰਗ ਦੇਵਾਂਗੇ ਕੀ ਕੀ ਲਾਣਾ ਹੈ, ਕੀ ਕੀ ਕਰਨਾ ਹੈ, ਕੀ ਕੀ ਨਹੀਂ ਕਰਨਾ। ਤੁਸੀਂ ਜਾ ਕੇ ਜਿੰਦੇ ਲੱਗੇ ਹੋਏ ਆ ਉਧਰ ਜਾ ਕੇ ਵੀ ਵੇਖ ਸਕਦੇ ਹੋ ਕਿ ਬੂਟੇ ਚੱਲ ਰਹੇ ਆ ਨਹੀਂ ਚੱਲ ਰਹੇ। ਜਿੱਧਰ ਵੀ ਬੂਟੇ ਲਗਾਉਂਦਾ ਤੇ ਰੱਬ ਦੀ ਦਇਆ ਹੈਗੀ ਹੈ ਕਿ ਉਧਰ ਬੂਟੇ ਚੱਲਦੇ ਹੈਗੇ ਆ। ਹੁਣ ਤੱਕ ਕਿੰਨੇ ਕੁ ਮਤਲਬ ਕਹਿ ਸਕਦੇ ਜ਼ਿਲ੍ਹਿਆਂ ਦੇ ਵਿੱਚ ਤੁਹਾਡੇ ਇਹ ਪਲਾਂਟਸ ਪਹੁੰਚ ਚੁੱਕੇ ਨੇ? ਤੁਹਾਡੇ ਪੰਜਾਬ ਤਾਂ ਮੈਕਸਿਮਮ ਕਵਰ ਹੋ ਗਿਆ। ਹਰਿਆਣਾ, ਉੱਤਰ ਪ੍ਰਦੇਸ਼, ਜੰਮੂ, ਹਿਮਾਚਲ ਪ੍ਰਦੇਸ਼, ਰਾਜਸਥਾਨ, ਕੋਈ ਵੀ ਜਗ੍ਹਾ ਨਹੀਂ ਹੈਗੀ ਜਿੱਧਰ ਚੰਦਨ ਦੇ ਬੂਟੇ ਅਸੀਂ ਨਹੀਂ ਲਗਾਏ। ਚਾਹੇ ਉਹ ਫਾਰਮਰ ਨੇ 10 ਬੂਟੇ ਲਗਾਏ ਆ, ਚਾਹੇ 1000 ਬੂਟੇ ਲਗਾਏ ਆ, ਬੂਟੇ ਲਗਾਏ ਜ਼ਰੂਰ ਹੈਗੇ ਆ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕੋ, ਤੁਸੀਂ ਦੇਖ ਸਕਦੇ ਹੋ ਇਸ ਵੀਰ ਨੇ ਕਿੰਨੀ ਵਧੀਆ ਜਿਹੜੀ ਆਪਾਂ ਸਾਨੂੰ ਜਾਣਕਾਰੀ ਦਿੱਤੀ ਹੈਗੀ ਆ। ਦੇਖਣ 'ਚ ਤੁਹਾਨੂੰ ਨਾਰਮਲ ਬੂਟੇ ਲੱਗਦੇ ਹੋਣਗੇ, ਪਰ ਇਹ ਨਾਰਮਲ ਨਹੀਂ, ਇਹ ਚੰਦਨ ਦੇ ਬੂਟੇ ਨੇ ਜਿਹੜੇ ਕਿ ਸੁਗੰਧਤਾ ਫੈਲਾਉਂਦੇ ਨੇ, ਹੋਰ ਵੀ ਕਈ ਫਾਇਦੇ ਜਿਹੜੇ ਉਹ ਦਿੰਦੇ ਹੈਗੇ। ਜਿਸ ਤਰ੍ਹਾਂ ਦਵਾਈਆਂ ਦੇ ਵਿੱਚ ਵੀ ਕੰਮ ਆਉਂਦਾ, ਤੇ ਚਾਹ ਤੁਸੀਂ ਪੀਂਦੇ ਹੋ ਅਕਸਰ, ਕੋਈ ਚਾਹ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ, ਤੇ ਇਹ ਚੰਦਨ ਦੀ ਚਾਹ ਵੀ ਉਹ ਪੀ ਸਕਦੇ ਹੈਗੇ ਆ। ਤਾਂ ਇਹ ਵੀ ਅਸੀਂ ਜਾਣਨਾ ਚਾਹੁੰਦੇ ਜਾਂਦੇ ਜਾਂਦੇ ਇਹਨਾਂ ਬਾਰੇ ਕਿ ਜਦੋਂ ਮਤਲਬ ਕਿ ਇਸ ਦੀ ਤੁਸੀਂ ਖੇਤੀ ਕਰਦੇ ਹੈਗੇ ਹੋ ਤਾਂ ਫਿਰ ਤੁਹਾਡੇ ਅਦਰ ਸਟੇਟਸ ਵਾਲੇ ਵੀ ਆਉਂਦੀਆਂ ਨੇ ਇੱਥੇ ਦੇਖਣ ਦੇ ਲਈ? ਬਿਲਕੁਲ ਜੀ, ਮੇਰੇ ਕੋਲ ਆਉਂਦੇ ਜੀ 2-2000 ਕਿਲੋਮੀਟਰ ਤੋਂ, ਬਿਹਾਰ ਤੋਂ ਵੀ ਆਉਂਦੇ, ਝਾਰਖੰਡ ਤੋਂ ਵੀ ਆਉਂਦੇ ਹੈਗੇ। ਬਟ ਅਸੀਂ ਕੋਸ਼ਿਸ਼ ਕਰਨੇ ਹਾਂ ਕਿ ਸਾਰਿਆਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਏ ਤਾਂ ਕਿ ਲੋਕੀ ਜਾਗਰੂਕ ਹੋਏ ਤੇ ਚंदन ਦੀ खेती ਨੂੰ बढ़ावा मिले। सो हम ये भी जानना चाहते हैं, ये जो आप प्लांट नर्सरी में तैयार करते हैं, आपको कैसे पता चला कि यही इनकी खुराक होती है चंदन की? मैंने 200 से ज़्यादा चंदन के ऊपर बुक्स पढ़ी हुई हैं। ओके। जिससे सारी जानकारी ले रखी है कि चंदन को क्या क्या चाहिए, कब कब चाहिए, उसी हिसाब से हम सारी प्लानिंग करते हैं। कैसे खुराक देता है ये फिर चंदन को? ये आपस में जड़ मिलाता है जी। जब ये बूटा बड़ा होगा तो अपनी जड़ फैलाएगा और उधर से चंदन का बूटा जड़ फैलाएगा, तो ये आपस में इस स्टोरी का बना देंगे, एक जोड़ बना देंगे। होगा बिल्कुल। हाँ, उसके बाद ये अपना फूड ट्रांसफ़र करना शुरू कर देगा
और तब ये चंदन इससे फूट लेगा। ਜੀ ਜੈਸੇ ਹਮ ਅਸੀਂ ਦੇਖਿਆ ਕਿ ਤੁਹਾਡੇ ਚੰਦਨ ਦੇ ਬੂਟਿਆਂ ਨੂੰ ਲੋਕੀ ਦੇਖਣ ਆਉਂਦੇ ਨੇ ਤਾਂ ਅਸੀਂ ਦੇਖ ਵੀ ਰਹੇ ਕੁਝ ਆਏ ਆ ਇਹ ਦੇਖਣ ਹੀ ਆਏ ਨੇ ਹਾਂਜੀ, ਹਰ ਰੋਜ਼ ਹੀ ਚੰਦਨ ਦੇ ਬੂਟੇ ਲੈਣ ਵੀ ਆਉਂਦੇ ਆ ਤੇ ਲੋਕੀ ਵੇਖਣ ਵੀ ਆਉਂਦਾ ਹੈਗਾ ਤੇ ਫਿਰ ਲੋਕੀ ਆਪਣੇ ਖੇਤਾਂ 'ਚ ਲਗਾਉਂਦੇ ਹੈਗੇ ਜੀ। ਜੀ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਇਹ ਵੀਰ ਪਹੁੰਚੇ ਹੋਏ ਸੀਗੇ ਅਸੀਂ ਗੱਲ ਕਰ ਰਹੇ ਸੀ ਤਾਂ ਇਹ ਵੀਰ ਦੇਖਿਆ ਕਿ ਜਦੋਂ ਇਹਨਾਂ ਨੇ ਪੁੱਛਿਆ ਵੀ ਤੁਸੀਂ ਕੀ ਕਰਨ ਆਏ ਤੇ ਕਹਿੰਦੇ ਚੰਦਨ ਨੂੰ ਅਸੀਂ ਦੇਖਣ ਆਏ ਆ ਕਦੇ ਵੀ ਕਿਸੇ ਨੇ ਚੰਦਨ ਦੇ ਬੂਟੇ ਬਹੁਤ ਘੱਟ ਲੱਗੇ ਦੇਖੇ ਹੋਣਗੇ ਸੋ ਅਸੀਂ ਤੁਹਾਡੇ ਨਾਲ ਗੱਲ ਕਰ ਸਕਦੇ ਜੀ ਤੁਸੀਂ ਦੇਖ ਰਹੇ ਹੋ ਇੱਥੇ ਆ ਕੇ ਚੰदन पहला कदे देखे सीधा लगे नहीं जी कभी नहीं देखा लाइफ में जी। ओके लेके भी जाओगे या देखने ही आए हो देखने के लिए भेज और मैडम जानकारी लेके लगाएंगे भी। लगाएंगे भी आप भी किसान हैं हाँ जी। ओके कहाँ से आए हो आप हम सोनीपत से बिलोंग करते हैं मैडम। सोनीपत से आए हो हाँ। आप कहाँ से सोनीपत से Okay, एक ही तीन- गांव विलेज के हैं जी। एक ही विलेज हमारे। अलग अलग मतलब कि आप खेत है आपके तो हाँ या अलग आप अलग इकट्ठे है, हैं? तीनों अलग अलग है जी। ओके तीनों। किसान है हाँ मतलब किसान ही है जी। कौन सी खेती करते हैं अभी अभी यही है जी नॉर्मली अपना धान की और गेहूँ, गेहूँ की करते हैं। गेहूं तो की। कुछ अलग करना चाहते हैं इसलिए देखने के लिए आए हैं। ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਚੰਦਨ ਦੀ ਖੇਤੀ ਜਿੱਥੇ ਦੇਖਣ ਆ ਰਹੇ ਨੇ ਉੱਥੇ ਹੀ ਕਿਸਾਨ ਆਪਣਾ ਮਾਈਂਡ ਬਣਾ ਰਹੇ ਨੇ ਕਿ ਅਸੀਂ ਇਸ ਖੇਤੀ ਨੂੰ ਵੀ ਅਪਣਾਈਏ ਤੇ ਲਗਾਈਏ।